ਇਹ ਕਹਾਣੀ ਮੇਰੀ ਸਹੇਲੀ ਦੀ ਹੈ। ਉਸਨੇ ਦੱਸਿਆ ਕਿ ਮੇਰੇ ਸਰੀਰ ਦੇ ਉੱਤੇ ਐਲਰਜੀ ਹੋ ਗਈ। ਡਾਕਟਰ ਨੇ ਉਸ ਨੂੰ ਇੱਕ ਦਵਾਈ ਦਿੱਤੀ ਜਿਸ ਨੂੰ ਸਾਰੇ ਸਰੀਰ ਤੇ ਲਾਉਣਾ ਹੁੰਦਾ ਸੀ। ਤੇ ਅਜੀਬ ਗੱਲ ਇਹ ਹੋਈ ਕਿ ਮੇਰਾ ਸਹੁਰਾ ਉਸ ਦਿਨ ਤੋਂ ਹੀ ਮੇਰੇ ਕਮਰੇ ਵਿੱਚ ਆਪਣਾ ਫੋਨ ਚਾਰਜ ਤੇ ਲਾਉਣ ਲੱਗਾ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਕੋਈ ਕੰਮ ਕਰ ਰਹੀ ਸੀ। ਜਦੋਂ ਮੇਰਾ ਸਹੁਰਾ ਫੋਨ ਚਾਰਜ ਲਾਉਣ ਤੇ ਆਇਆ, ਮੈਂ ਪੁੱਛ ਲਿਆ ਕਿ ਤੁਸੀਂ ਆਪਣੇ ਕਮਰੇ ਵਿੱਚ ਕਿਉਂ ਨਹੀਂ ਲਾਉਂਦੇ? ਤਾਂ ਮੈਨੂੰ ਗੁੱਸੇ ਵਿੱਚ ਬੋਲਣ ਲੱਗੇ ਕਿ ਤੂੰ ਆਪਣਾ ਕੰਮ ਕਰ। ਜਦੋਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਤਾਂ ਉਹਨਾਂ ਦਾ ਰੰਗ ਫਿੱਕਾ ਪੈ ਗਿਆ। ਉਹ ਮੇਰੇ ਕਮਰੇ ਵਿੱਚ ਫੋਨ ਚਾਰਜ ਤੇ ਲਾ ਕੇ ਚਲੇ ਗਏ। ਮੈਂ ਵੀ ਆਪਣਾ ਕੰਮ ਖਤਮ ਕਰਕੇ ਇੱਕ ਨਾਈਟ ਸੂਟ ਕੱਢਿਆ ਤੇ ਬਾਥਰੂਮ ਵਿੱਚ ਬਦਲਣ ਚਲੀ ਗਈ। ਮੈਂ ਕੱਪੜੇ ਬਦਲ ਕੇ ਬਾਥਰੂਮ ਵਿੱਚੋਂ ਬਾਹਰ ਆਈ। ਮੇਰੇ ਸਹੁਰੇ ਨੇ ਚਾਹ ਬਣਾਉਣ ਲਈ ਆਵਾਜ਼ ਮਾਰੀ ਤੇ ਮੈਂ ਰਸੋਈ ਵਿੱਚ ਚਲੀ ਗਈ। ਸਾਰਿਆਂ ਲਈ ਚਾਹ ਬਣਾਈ ਤੇ ਕੱਪਾਂ ਵਿੱਚ ਪਾ ਕੇ ਸਭ ਨੂੰ ਦਿੱਤੀ। ਦਿਲ ਵਿੱਚ ਮੇਰੇ ਸਹੁਰੇ ਦੀ ਕਹੀ ਹੋਈ ਗੱਲ ਮੇਰੇ ਅੰਦਰ ਚੁੱਭ ਰਹੀ ਸੀ। ਸਭ ਨੂੰ ਚਾਹ ਦੇ ਕੇ ਮੈਂ ਵੀ ਉੱਥੇ ਬੈਠ ਗਈ। ਮੈਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਮੇਰੇ ਸਹੁਰੇ ਨੇ ਮੇਰੀ ਬਣਾਈ ਚਾਹ ਦੀ ਤਾਰੀਫ ਕੀਤੀ, ਕਿਉਂਕਿ ਉਹ ਥੋੜੀ ਦੇਰ ਪਹਿਲਾਂ ਮੇਰੇ ਨਾਲ ਬੜੀ ਅਜੀਬ ਤਰ੍ਹਾਂ ਗੱਲ ਕਰ ਰਹੇ ਸਨ। ਸਭ ਨੇ ਚਾਹ ਪੀਤੀ ਤੇ ਆਪਣੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ। ਮੈਂ ਵੀ ਰਸੋਈ ਵਿੱਚ ਕੱਪ ਰੱਖ ਕੇ ਆਪਣੇ ਕਮਰੇ ਵਿੱਚ ਗਈ। ਉਹਨਾਂ ਦਾ ਫੋਨ ਮੇਰੇ ਕਮਰੇ ਵਿੱਚ ਸੀ। ਮੈਂ ਸੋਚ ਰਹੀ ਸੀ ਕਿ ਪਾਪਾ ਇੱਕਦਮ ਕਿੱਦਾਂ ਬਦਲ ਗਏ। ਮੈਨੂੰ ਉਹਨਾਂ ਤੇ ਸ਼ੱਕ ਹੋ ਰਿਹਾ ਸੀ। ਫਿਰ ਮੈਂ ਸੋਚਿਆ ਕਿ ਪਾਪਾ ਨੂੰ ਲੱਗਿਆ ਹੋਣਾ ਕਿ ਕਿਤੇ ਮੈਂ ਇਹ ਗੱਲ ਆਪਣੇ ਘਰ ਵਾਲੇ ਨਾਲ ਨਾ ਕਰ ਦੇਵਾਂ। ਪਰ ਮੈਂ ਸੋਚਿਆ ਕੋਈ ਨਹੀਂ, ਉਹ ਮੇਰੇ ਵੀ ਪਾਪਾ ਨੇ, ਕੋਈ ਗੱਲ ਨਹੀਂ, ਹੋ ਜਾਂਦਾ ਕਦੀ ਕਦੀ। ਇਸ ਉਮਰ ਵਿੱਚ ਮੈਂ ਆਪਣੇ ਆਪ ਨੂੰ ਸਮਝਾ ਰਹੀ ਸੀ। ਮੇਰੇ ਦਿਲ ਵਿੱਚ ਹਲੇ ਵੀ ਇਹੀ ਹੋ ਰਿਹਾ ਸੀ। ਮੈਂ ਸੋਫੇ ਤੇ ਬੈਠੀ ਸੀ। ਮੈਂ ਫੋਨ ਚੁੱਕਣ ਲੱਗੀ, ਇੱਕਦਮ ਭਾਂਡੇ ਗਿਰਨ ਦੀ ਆਵਾਜ਼ ਆਈ। ਮੈਂ ਡਰ ਗਈ। ਮੇਰਾ ਘਰ ਵਾਲਾ ਨੀਂਦ ਵਿੱਚੋਂ ਉੱਠ ਕੇ ਬਾਹਰ ਗਿਆ। ਕਹਿਣ ਲੱਗਾ ਕਿ ਬਿੱਲੀ ਸੀ। ਦਰਵਾਜ਼ੇ ਦੀ ਕੁੰਡੀ ਲਾ ਕੇ ਮੇਰਾ ਘਰ ਵਾਲਾ ਬੈੱਡ ਤੇ ਪੈ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਤੂੰ ਵੀ ਸੋ ਜਾ। ਮੈਂ ਫਿਰ ਇੱਕ ਵਾਰ ਦਰਵਾਜ਼ੇ ਦੀ ਕੁੰਡੀ ਚੈੱਕ ਕੀਤੀ ਤੇ ਸੋਫੇ ਤੇ ਜਾ ਕੇ ਪੈ ਗਈ। ਮੈਨੂੰ ਮੇਰੇ ਘਰ ਵਾਲੇ ਨੇ ਕਿਹਾ, ਤੂੰ ਇੱਥੇ ਬੈੱਡ ਤੇ ਪੈ ਜਾ। ਮੈਂ ਕਿਹਾ ਕਿ ਮੈਂ ਇੱਥੇ ਹੀ ਠੀਕ ਹਾਂ, ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਵੀ ਐਲਰਜੀ ਹੋ ਜਾਵੇ। ਮੈਨੂੰ ਸੋਫੇ ਤੇ ਹੀ ਨੀਂਦ ਆ ਗਈ। ਜਦੋਂ ਸਵੇਰ ਹੋਈ, ਮੇਰਾ ਸਹੁਰਾ ਦਰਵਾਜ਼ਾ ਖੜਕਾ ਰਿਹਾ ਸੀ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਜਲਦੀ ਨਾਲ ਅੰਦਰ ਆਏ, ਜਿਵੇਂ ਬਹੁਤ ਹੀ ਕਾਹਲੀ ਹੋਵੇ। ਆਪਣਾ ਫੋਨ ਲੈ ਕੇ ਉਹ ਕੋਠੇ ਤੇ ਚੜ੍ਹ ਗਏ। ਮੈਂ ਕਿਹਾ ਕਿ ਪਹਿਲਾਂ ਨਾਸ਼ਤਾ ਕਰ ਲਓ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ। ਇੰਨੀ ਸਵੇਰ ਕੌਣ ਕੋਠੇ ਤੇ ਜਾਂਦਾ? ਅਸੀਂ ਸਭ ਨੇ ਨਾਸ਼ਤਾ ਕਰ ਲਿਆ, ਪਰ ਮੇਰਾ ਸਹੁਰਾ ਹਲੇ ਵੀ ਥੱਲੇ ਨਹੀਂ ਸੀ ਆਇਆ। ਮੇਰੀ ਸੱਸ ਨੇ ਬਹੁਤ ਆਵਾਜ਼ ਦਿੱਤੀ, ਪਰ ਪਾਪਾ ਨਹੀਂ ਬੋਲੇ। 1 ਘੰਟੇ ਤੋਂ ਜ਼ਿਆਦਾ ਹੋ ਗਿਆ ਸੀ। ਮੈਂ ਨਾਸ਼ਤਾ ਫਿਰ ਗਰਮ ਕੀਤਾ ਤੇ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਜੀ, ਮੈਂ ਬੁਲਾ ਕੇ ਲੈ ਕੇ ਆਉਂਦੀ ਹਾਂ। ਮੈਂ ਕੋਠੇ ਤੇ ਗਈ। ਮੇਰਾ ਸਹੁਰਾ ਇੱਕ ਕੋਨੇ ਵਿੱਚ ਕੁਰਸੀ ਤੇ ਬੈਠਾ ਸੀ। ਉਹਨਾਂ ਨੂੰ ਪਤਾ ਨਾ ਲੱਗਾ ਕਿ ਮੈਂ ਉੱਪਰ ਆਈ ਹਾਂ। ਫਿਰ ਮੈਂ ਕੋਲ ਜਾ ਕੇ ਕਿਹਾ, ਪਾਪਾ। ਉਹਨਾਂ ਦੇ ਹੱਥ ਵਿੱਚੋਂ ਫੋਨ ਗਿਰ ਗਿਆ ਤੇ ਰੰਗ ਫਿੱਕਾ ਪੈ ਗਿਆ। ਕਹਿਣ ਲੱਗੇ, ਚੈਨ ਨਹੀਂ ਤੈਨੂੰ? ਸਾਰਾ ਦਿਨ ਅੱਗੇ ਪਿੱਛੇ ਫਿਰੀ ਜਾਨੀ ਹੈ। ਮੇਰਾ ਘਰ ਹੈ, ਜਿੱਥੇ ਮਰਜ਼ੀ ਬੈਠਾ। ਮੈਨੂੰ ਰੋਣਾ ਆ ਰਿਹਾ ਸੀ। ਉਹਨਾਂ ਦੇ ਇਸ ਵਰਤਾਵ ਤੋਂ ਮੈਂ ਪਰੇਸ਼ਾਨ ਸੀ। ਮੈਂ ਨੀਚੇ ਆਈ, ਬਾਥਰੂਮ ਵਿੱਚ ਜਾ ਕੇ ਆਪਣਾ ਮੂੰਹ ਧੋਤਾ ਤੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਆਪਣੇ ਸਹੁਰੇ ਦੇ ਕਿਸੇ ਕੰਮ ਵਿੱਚ ਦਖਲ ਨਹੀਂ ਦੇਣਾ। ਹੁਣ ਉਹ ਨਾਸ਼ਤੇ ਲਈ ਆਵਾਜ਼ਾਂ ਦੇ ਰਹੇ ਸਨ। ਮੇਰੀ ਸੱਸ ਨੂੰ ਪੌੜੀਆਂ ਚੜ੍ਹਨੀਆਂ ਔਖੀਆਂ ਸਨ। ਮੰਮੀ ਕਹਿਣ ਲੱਗੇ ਕਿ ਉਹ ਗੁੱਸੇ ਵਿੱਚ ਲੱਗਦੇ ਨੇ। ਮੈਂ ਹੀ ਦੇ ਆਉਂਦੀ ਹਾਂ, ਤੂੰ ਰਹਿਣ ਦੇ, ਤੈਨੂੰ ਕੁਝ ਕਹਿ ਨਾ ਦੇਣ। ਕੁਝ ਸਮੇਂ ਬਾਅਦ ਮੇਰੀ ਸੱਸ ਆਈ, ਮੇਰੇ ਵੱਲ ਮੁਸਕਰਾਈ। ਮੈਂ ਵੀ ਉਹਨਾਂ ਵੱਲ ਮੁਸਕਰਾਈ। ਕਈ ਵਾਰ ਮੈਨੂੰ ਲੱਗਦਾ ਸੀ ਕਿ ਉਹ ਮੇਰੇ ਤੋਂ ਕੁਝ ਲੁਕੋ ਰਹੇ ਸੀ। ਫਿਰ ਮੈਂ ਆਪਣੇ ਕੰਮ ਵਿੱਚ ਲੱਗ ਗਈ। ਸਾਰੇ ਕੰਮ ਕਰਨ ਤੋਂ ਬਾਅਦ ਮੈਂ ਕੱਪੜੇ ਧੋਏ ਤੇ ਬਾਲਟੀ ਵਿੱਚ ਪਾ ਕੇ ਕੋਠੇ ਤੇ ਚਲੀ ਗਈ, ਪਰ ਮੇਰਾ ਸਹੁਰਾ ਹਾਲੇ ਉੱਥੇ ਹੀ ਸੀ। ਇਸ ਲਈ ਮੈਂ ਬਾਲਟੀ ਪੌੜੀਆਂ ਵਿੱਚ ਰੱਖ ਕੇ ਨੀਚੇ ਆ ਗਈ। ਫਿਰ ਬੈਲ ਵੱਜੀ। ਮੈਂ ਦਰਵਾਜ਼ਾ ਖੋਲ੍ਹਿਆ। ਉਹ ਅੰਦਰ ਆਏ। ਮੈਂ ਵੀ ਪਿੱਛੇ ਹੀ ਸੀ। ਮੇਰੇ ਘਰ ਵਾਲੇ ਨੇ ਕਿਹਾ ਕਿ ਇਹ ਕੱਪੜੇ ਵਾਲਾ ਟੱਬ ਇੱਥੇ ਕਿਉਂ ਪਿਆ ਹੈ? ਮੈਂ ਕਿਹਾ ਕਿ ਭਾਰਾ ਹੈ। ਮੇਰੇ ਘਰ ਵਾਲੇ ਨੇ ਕਿਹਾ ਕਿ ਮੈਂ ਕੱਪੜੇ ਬਦਲ ਕੇ ਆਉਂਦਾ ਹਾਂ, ਫਿਰ ਆਪਾਂ ਦੋਨੋਂ ਕੋਠੇ ਤੇ ਕੱਪੜੇ ਪਾ ਆਉਂਦੇ ਹਾਂ।
ਮੈਂ ਉਹਨਾਂ ਦਾ ਇੰਤਜ਼ਾਰ ਆਪਣੀ ਸੱਸ ਕੋਲ ਬੈਠ ਕੇ ਕਰਨ ਲੱਗੀ। ਮੇਰਾ ਘਰ ਵਾਲਾ ਕੱਪੜੇ ਬਦਲ ਕੇ ਬਾਹਰ ਆਇਆ ਤੇ ਅਸੀਂ ਕੋਠੇ ਤੇ ਜਾਣ ਲੱਗੇ। ਮੇਰੀ ਸੱਸ ਨੇ ਕਿਹਾ ਕਿ ਪੁੱਤ ਪਹਿਲਾਂ ਕੁਝ ਖਾ ਲੈਂਦਾ। ਉਹਨਾਂ ਨੇ ਮਨਾ ਕਰ ਦਿੱਤਾ। ਮੈਂ ਵੀ ਪਿੱਛੇ ਪਿੱਛੇ ਪੌੜੀਆਂ ਚੜ੍ਹ ਰਹੀ ਸੀ। ਮੇਰਾ ਘਰ ਵਾਲਾ ਮੇਰੇ ਸਹੁਰੇ ਨੂੰ ਕੋਠੇ ਤੇ ਵੇਖ ਕੇ ਹੈਰਾਨ ਹੋ ਗਿਆ। ਉਹ ਉਹਨਾਂ ਦੇ ਕੋਲ ਜਾ ਕੇ ਬੈਠਾ ਤੇ ਇੰਨੇ ਵਿੱਚ ਮੇਰਾ ਸਹੁਰਾ ਚੌਂਕ ਗਿਆ। ਕਹਿਣ ਲੱਗਾ ਕਿ ਰਾਤ ਹੋ ਗਈ। ਮੇਰੇ ਘਰ ਵਾਲੇ ਨੇ ਕਿਹਾ ਕਿ ਤੁਸੀਂ ਸਵੇਰ ਦੇ ਥੱਲੇ ਨਹੀਂ ਗਏ ਤਾਂ ਗੁੱਸੇ ਵਿੱਚ ਬੋਲੇ, ਮੈਂ ਕੋਈ ਪਾਗਲ ਹਾਂ, ਧੁੱਪ ਵਿੱਚ ਬੈਠਾਂਗਾ, ਹੁਣੇ ਆਇਆ ਥੋੜੀ ਦੇਰ ਪਹਿਲਾਂ। ਮੈਂ ਕਿਹਾ ਕਿ ਤੁਸੀਂ ਚਲੋ, ਮੈਂ ਵੀ ਆਉਂਦੀ ਹਾਂ, ਬੜੇ ਸੁੱਕਨੇ ਪਾ ਦੇਵਾਂ। ਮੇਰਾ ਸਹੁਰਾ ਜਾਂਦੇ ਜਾਂਦੇ ਰੁਕ ਗਿਆ ਤੇ ਪੁੱਛਣ ਲੱਗਾ ਕਿ ਬੇਟਾ ਦਵਾਈ ਲਾ ਰਹੀ ਹੈ? ਮੈਂ ਕਿਹਾ ਕਿ ਹਾਂਜੀ ਲਾ ਰਹੀ ਹਾਂ। ਫਿਰ ਉਹ ਨੀਚੇ ਚਲੇ ਗਏ। ਮੈਂ ਵੀ ਥੱਲੇ ਆਈ। ਸਾਰੇ ਜਾਣੇ ਮੇਰਾ ਖਾਣੇ ਲਈ ਇੰਤਜ਼ਾਰ ਕਰ ਰਹੇ ਸੀ। ਮੈਂ ਕਿਹਾ ਕਿ ਮੰਮੀ ਤੁਸੀਂ ਕਿਉਂ ਖਾਣਾ ਲਿਆਂਦਾ, ਮੈਂ ਲਿਆ ਦਿੰਦੀ। ਮੇਰੀ ਸੱਸ ਨੇ ਕਿਹਾ ਕਿ ਤੂੰ ਸਾਰੇ ਦਿਨ ਹੀ ਕੰਮ ਕਰ ਰਹੀ ਹੈ। ਮੈਨੂੰ ਆਪਣੇ ਸਹੁਰੇ ਦਾ ਵਰਤਾਵ ਅਜੀਬ ਲੱਗ ਰਿਹਾ ਸੀ। ਮੈਂ ਸਾਰਾ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਆਈ। ਮੇਰਾ ਸਹੁਰਾ ਵੀ ਮੇਰੇ ਕਮਰੇ ਵਿੱਚ ਆਇਆ ਤੇ ਫੋਨ ਚਾਰਜ ਤੇ ਲਾ ਕੇ ਚਲੇ ਗਏ। ਮੈਂ ਆਪਣੇ ਕੱਪੜੇ ਅਲਮਾਰੀ ਵਿੱਚੋਂ ਲੈ ਕੇ ਬਾਥਰੂਮ ਵਿੱਚ ਗਈ ਤੇ ਕੱਪੜੇ ਬਦਲ ਕੇ ਬਾਹਰ ਆਈ ਤਾਂ ਮੇਰਾ ਸਹੁਰਾ ਜਾ ਚੁੱਕਾ ਸੀ। ਜਦੋਂ ਮੈਂ ਸੋਫੇ ਤੇ ਬੈਠੀ ਤਾਂ ਮੇਰੇ ਸਹੁਰੇ ਦੇ ਫੋਨ ਦੀ ਘੰਟੀ ਵੱਜਣ ਲੱਗੀ। ਮੈਂ ਆਪਣੇ ਸਹੁਰੇ ਨੂੰ ਆਵਾਜ਼ ਲਾਈ, ਪਾਪਾ ਤੁਹਾਡਾ ਫੋਨ ਆਇਆ ਹੈ। ਮੈਂ ਬੜੀ ਹੈਰਾਨੀ ਨਾਲ ਉਹਨਾਂ ਵੱਲ ਦੇਖਿਆ। ਉਹ ਫੋਨ ਚੁੱਕ ਕੇ ਗੱਲ ਕਰਨ ਲੱਗੇ ਤੇ ਮੇਰੇ ਵੱਲ ਘੂਰ-ਘੂਰ ਕੇ ਦੇਖਣ ਲੱਗੇ। ਮੈਂ ਬਾਹਰ ਜਾ ਕੇ ਗਾਰਡਨ ਵਿੱਚ ਬੈਠ ਗਈ, ਪਰ ਮੈਂ ਬਾਰ-ਬਾਰ ਮੇਰੇ ਸਹੁਰੇ ਦੇ ਵਰਤਾਅ ਬਾਰੇ ਸੋਚ ਰਹੀ ਸੀ, ਜੋ ਕਿ ਪਲ-ਪਲ ਬਦਲਦਾ ਸੀ। ਮੈਨੂੰ ਉਹਨਾਂ ਦੀਆਂ ਹਰਕਤਾਂ ਅਜੀਬ ਲੱਗ ਰਹੀਆਂ ਸਨ। ਅਗਲੀ ਸਵੇਰ ਪਾਪਾ ਆਪਣਾ ਫੋਨ ਲੈਣ ਲਈ ਕਮਰੇ ਵਿੱਚ ਆਏ ਤੇ ਕੋਠੇ ਤੇ ਚਲੇ ਗਏ। ਮੇਰੀ ਸੱਸ ਨੇ ਕਿਹਾ ਕਿ ਨਾਸ਼ਤਾ ਤਾਂ ਕਰ ਲਓ। ਉਹਨਾਂ ਕਿਹਾ ਕਿ 5 ਮਿੰਟ। ਫਿਰ ਮੇਰੇ ਘਰ ਵਾਲੇ ਨੇ ਆਵਾਜ਼ ਲਾਈ ਕਿ ਪਾਪਾ ਨਾਸ਼ਤਾ ਕਰ ਲਓ। ਉਹਨਾਂ ਉੱਪਰ ਤੋਂ ਹੀ ਕਿਹਾ ਕਿ ਤੂੰ ਕਰਕੇ ਜਾ, ਮੈਂ ਕਰ ਲਵਾਂਗਾ। ਮੇਰੇ ਘਰ ਵਾਲੇ ਨੂੰ ਗਏ ਵੀ 1 ਘੰਟਾ ਹੋ ਗਿਆ ਸੀ। ਪਾਪਾ ਹਾਲੇ ਤੱਕ ਨੀਚੇ ਨਹੀਂ ਸੀ ਆਏ। ਮੇਰਾ ਨਾਸ਼ਤਾ ਉੱਪਰ ਹੀ ਦੇ ਜਾ। ਫਿਰ ਉਹਨਾਂ ਮੇਰੀ ਸੱਸ ਨੂੰ ਕਿਹਾ ਕਿ ਮੇਰੀ ਸੱਸ ਉੱਪਰ ਨਾਸ਼ਤਾ ਦੇ ਕੇ ਆਈ। ਇੱਦਾਂ ਹੀ ਸ਼ਾਮ ਹੋ ਗਈ। ਅਸੀਂ ਸਭ ਨੇ ਖਾਣਾ ਖਾਧਾ ਤੇ ਮੈਂ ਆਪਣੇ ਕਮਰੇ ਵਿੱਚ ਆਈ। ਮੇਰਾ ਸਹੁਰਾ ਵੀ ਮੇਰੇ ਪਿੱਛੇ ਆ ਗਿਆ। ਅੱਜ ਹਿੰਮਤ ਕਰਕੇ ਮੈਂ ਕਹਿ ਦਿੱਤਾ ਕਿ ਪਾਪਾ ਤੁਹਾਡੇ ਕਮਰੇ ਦਾ ਬੋਰਡ ਕੱਲ ਠੀਕ ਕਰਵਾ ਦਿੰਦੇ ਹਾਂ। ਇੰਨੇ ਵਿੱਚ ਹੀ ਉਹ ਮੇਰੇ ਘਰ ਵਾਲੇ ਨੂੰ ਆਵਾਜ਼ ਦੇਣ ਲੱਗੇ ਕਿ ਦੇਖ ਤੇਰੀ ਘਰਵਾਲੀ ਮੈਨੂੰ ਕੀ ਕਹਿ ਰਹੀ ਹੈ। ਇੰਨੇ ਨੂੰ ਮੇਰਾ ਘਰ ਵਾਲਾ ਆਇਆ ਤੇ ਮੇਰੇ ਵੱਲ ਦੇਖਿਆ। ਮੈਂ ਕਿਹਾ ਮੈਂ ਕੁਝ ਨਹੀਂ ਕਿਹਾ। ਉਹ ਕਹਿਣ ਲੱਗੇ ਮੇਰੇ ਪਾਪਾ ਝੂਠ ਬੋਲ ਰਹੇ ਹਨ। ਉਹ ਗੁੱਸੇ ਵਿੱਚ ਬਾਹਰ ਚਲੇ ਗਏ। ਮੈਂ ਉਹਨਾਂ ਨੂੰ ਬਹੁਤ ਫੋਨ ਕੀਤੇ, ਉਹਨਾਂ ਨਹੀਂ ਚੁੱਕਿਆ। ਮੈਂ ਵੀ ਬਾਰ-ਬਾਰ ਫੋਨ ਕਰੀ ਗਈ। ਮੇਰੇ ਘਰ ਵਾਲੇ ਨੇ ਗੁੱਸੇ ਵਿੱਚ ਕਿਹਾ ਕੀ ਗੱਲ ਹੈ। ਮੈਂ ਕਿਹਾ ਘਰ ਆ ਜਾਓ, ਮੈਂ ਪਾਪਾ ਤੋਂ ਮਾਫੀ ਮੰਗ ਲਵਾਂਗੀ। ਉਹ ਥੋੜੀ ਦੇਰ ਵਿੱਚ ਘਰ ਆ ਗਏ। ਰੋਜ਼ ਵਾਂਗ ਅਸੀਂ ਨਾਸ਼ਤਾ ਕੀਤਾ। ਮੇਰਾ ਘਰ ਵਾਲਾ ਆਪਣੇ ਕੰਮ ਤੇ ਚਲਾ ਗਿਆ। ਮੈਂ ਘਰ ਦਾ ਕੰਮ ਕੀਤਾ ਤੇ ਆਪਣੇ ਕਮਰੇ ਵਿੱਚ ਉਹੀ ਸਾਰੀਆਂ ਗੱਲਾਂ ਸੋਚ ਰਹੀ ਸੀ ਜੋ ਪਿਛਲੇ ਕੁਝ ਦਿਨਾਂ ਵਿੱਚ ਪਾਪਾ ਨੇ ਮੇਰੇ ਨਾਲ ਕੀਤੀਆਂ। ਸ਼ਾਮ ਹੋ ਗਈ। ਸਾਰੇ ਖਾਣਾ ਖਾ ਚੁੱਕੇ ਸੀ। ਸਾਰੇ ਬੈਠੇ ਤਾਂ ਮੈਂ ਜਾਣਬੁੱਝ ਕੇ ਆਪਣੀ ਐਲਰਜੀ ਦੀ ਗੱਲ ਕੀਤੀ ਤੇ ਪਾਪਾ ਇੱਕਦਮ ਬੋਲੇ, ਤੂੰ ਦਵਾਈ ਲਾ ਰਹੀ ਹੈ। ਮੈਨੂੰ ਇਹੀ ਉਮੀਦ ਸੀ ਕਿ ਉਹ ਜ਼ਰੂਰ ਪੁੱਛਣਗੇ। ਮੈਂ ਆਪਣੇ ਕਮਰੇ ਵਿੱਚ ਆਈ ਤੇ ਬਾਥਰੂਮ ਵਿੱਚ ਗਈ। ਪਾਪਾ ਮੇਰੇ ਪਿੱਛੇ ਹੀ ਆ ਗਏ ਫੋਨ ਚਾਰਜ ਤੇ ਲਾਉਣ ਲਈ। ਮੈਂ ਬਿਨਾਂ ਦਵਾਈ ਲਾਈ ਬਾਹਰ ਆਈ ਤੇ ਆਪਣੇ ਸਹੁਰੇ ਦਾ ਫੋਨ ਚੈੱਕ ਕੀਤਾ। ਜਦੋਂ ਮੈਂ ਗੈਲਰੀ ਵਿੱਚ ਵੀਡੀਓ ਦੇਖੀਆਂ ਤਾਂ ਮੇਰੇ ਹੋਸ਼ ਹੀ ਉੱਡ ਗਏ। ਮੈਂ ਆਪਣੀ ਸੱਸ ਦੇ ਕਮਰੇ ਵਿੱਚ ਗਈ ਜਿੱਥੇ ਮੇਰਾ ਘਰ ਵਾਲਾ ਤੇ ਸਹੁਰਾ ਵੀ ਉੱਥੇ ਹੀ ਸੀ। ਮੇਰੇ ਸਹੁਰੇ ਦਾ ਰੰਗ ਫਿੱਕਾ ਪੈ ਗਿਆ। ਮੈਨੂੰ ਬੋਲੇ ਕਿ ਮੇਰਾ ਫੋਨ ਤੇਰੇ ਹੱਥ ਵਿੱਚ ਕੀ ਕਰਦਾ। ਮੇਰੇ ਤੋਂ ਫੋਨ ਮੰਗਣ ਲੱਗੇ। ਮੈਂ ਨਹੀਂ ਦਿੱਤਾ। ਮੇਰੇ ਘਰ ਵਾਲੇ ਨੇ ਕਿਹਾ ਕਿ ਇਹ ਕੀ ਚੱਲ ਰਿਹਾ ਹੈ। ਮੈਂ ਕਿਹਾ ਕਿ ਮੈਂ ਦੱਸਦੀ ਹਾਂ, ਇਹ ਦੇਖੋ। ਮੈਂ ਵੀਡੀਓ ਖੋਲ੍ਹ ਕੇ ਆਪਣੇ ਘਰ ਵਾਲੇ ਨੂੰ ਵਿਖਾਈ। ਉਹ ਵੀਡੀਓ ਦੇਖ ਕੇ ਕਹਿਣ ਲੱਗੇ, ਪਾਪਾ ਇਹ ਕੀ ਹੈ, ਤੁਹਾਨੂੰ ਸ਼ਰਮ ਨਹੀਂ ਆਈ। ਮੇਰੀ ਘਰਵਾਲੀ ਹੈ ਤੇ ਤੁਹਾਡੀ ਧੀਆਂ ਵਰਗੀ ਹੈ। ਇਹ ਕੀ ਕੀਤਾ ਤੁਸੀਂ। ਮੇਰਾ ਸਹੁਰਾ ਡਰ ਨਾਲ ਕੰਬਣ ਲੱਗਾ। ਮੇਰੇ ਤੋਂ ਤੇ ਮੇਰੇ ਘਰ ਵਾਲੇ ਤੋਂ ਮਾਫੀ ਮੰਗਣ ਲੱਗਾ। ਫਿਰ ਕਹਿਣ ਲੱਗਾ ਕਿ ਮੈਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ। ਮੈਂ ਆਪਣੇ ਮੁੰਡੇ ਲਈ ਕੋਈ ਹੋਰ ਕੁੜੀ ਵੇਖੀ ਸੀ, ਪਰ ਤੇਰੀ ਸੱਸ ਆਪਣੀ ਰਿਸ਼ਤੇਦਾਰੀ ਵਿੱਚੋਂ ਕੁੜੀ ਤੈਨੂੰ ਪਸੰਦ ਕਰ ਆਈ ਤੇ ਵਿਆਹ ਕਰ ਦਿੱਤਾ। ਮੈਂ ਜਾਣਬੁੱਝ ਕੇ ਇਸ ਨੂੰ ਐਲਰਜੀ ਵਾਲਾ ਫਲ ਖਵਾ ਦਿੱਤਾ ਤੇ ਡਾਕਟਰ ਕੋਲ ਲੈ ਕੇ ਗਿਆ।
ਜੋ ਮੇਰਾ ਹੀ ਦੋਸਤ ਹੈ, ਉਸਨੇ ਇਸ ਦੀ ਦਵਾਈ ਵਿੱਚ ਇੱਕ ਐਸੀ ਬੂਟੀ ਮਿਲਾ ਦਿੱਤੀ ਜਿਸ ਨਾਲ ਉਹ ਬਾਂਝ ਹੋ ਜਾਵੇ ਤੇ ਤੂੰ ਇਸ ਨੂੰ ਤਲਾਕ ਦੇਵੇਂ। ਇਹਨਾਂ ਕਹਿਣ ਤੋਂ ਬਾਅਦ ਉੱਚੀ ਉੱਚੀ ਰੋਣ ਲੱਗਾ ਤੇ ਕਹਿਣ ਲੱਗਾ, ਮੈਨੂੰ ਮਾਫ ਕਰ ਦਿਓ। ਪਰ ਮੇਰੇ ਘਰ ਵਾਲੇ ਨੂੰ ਮੇਰੇ ਸਹੁਰੇ ਤੇ ਬਹੁਤ ਗੁੱਸਾ ਸੀ। ਫਿਰ ਮੇਰਾ ਘਰ ਵਾਲਾ ਬਿਨਾਂ ਕੁਝ ਬੋਲੇ ਮੈਨੂੰ ਨਾਲ ਲੈ ਕੇ ਸ਼ਹਿਰ ਆ ਗਿਆ ਸੀ। ਅਸੀਂ ਕਿਰਾਏ ਤੇ ਘਰ ਲੈ ਕੇ ਰਹਿਣ ਲੱਗੇ। ਮੇਰਾ ਘਰ ਵਾਲਾ ਮੇਰੇ ਤੋਂ ਮਾਫੀ ਮੰਗਣ ਲੱਗਾ। ਉਹਨਾਂ ਨੇ ਮੇਰੇ ਸਹੁਰੇ ਨੂੰ ਬੁਲਾਉਣਾ ਛੱਡ ਦਿੱਤਾ। ਹੁਣ 7 ਸਾਲ ਹੋ ਗਏ, ਸਾਡਾ ਕੋਈ ਬੱਚਾ ਨਹੀਂ ਹੈ। ਸਾਡੇ ਦਿਲ ਵਿੱਚ ਕਿਤੇ ਨਾ ਕਿਤੇ ਬੱਚੇ ਦੀ ਕਮੀ ਰੜਕਦੀ ਹੈ। ਕਿੱਦਾਂ ਇੱਕ ਪਿਓ ਨੇ ਆਪਣੇ ਪੁੱਤ ਦੀਆਂ ਸਾਰੀਆਂ ਖੁਸ਼ੀਆਂ ਆਪਣੇ ਹੱਥੀਂ ਖੋਹ ਲਈਆਂ। ਦੋਸਤੋ, ਤੁਸੀਂ ਇਸ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।